Welcome to my virtual classroom. I am Ranjit Singh, Computer Faculty at Department of School Education Punjab। ਪਿਆਰੇ ਵਿਦਿਆਰਥੀਓ, ਪੜ੍ਹਾਈ ਸਿਰਫ 6 ਘੰਟੇ ਜਾਂ ਕਲਾਸਰੂਮ ਦੀ 4 ਦੀਵਾਰੀ ਤੱਕ ਹੀ ਸੀਮਿਤ ਨਹੀਂ ਹੁੰਦੀ। Here I am committed to provide education at your home during this COVID-19 pandemic situations। ਪਿਆਰੇ ਵਿਦਿਆਰਥੀਓ, ਅੱਜ ਅਸੀਂ 7ਵੀਂ ਕਲਾਸ ਦਾ ਕੰਪਿਊਟਰ ਸਾਇੰਸ ਦਾ ਵਿਸ਼ਾ ਪੜ੍ਹਨਾ ਸ਼ੁਰੂ ਕਰ ਰਹੇ ਹਾਂ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਹੁਤ ਹੀ ਅੱਛੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੋਇਆ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਜੀ ਪਾਠਕ੍ਰਮ। ਨੰਬਰ 1 ਚੈਪਟਰ ਹੈ ਜੀ ਸਾਡਾ ਟਾਈਪਿੰਗ ਟਿਊਟਰ, 2 ਨੰਬਰ ਵਿੰਡੋ ਐਕਸਪਲੋਰਰ, 3 ਨੰਬਰ ਸਟੋਰੇਜ ਡਿਵਾਈਸਿਸ, 4 ਨੰਬਰ MS ਵਰਡ ਵਿੱਚ ਫਾਰਮੈਟਿੰਗ ਭਾਗ 1, 5 ਨੰਬਰ ਚੈਪਟਰ ਹੈ ਜੀ MS ਵਰਡ ਵਿੱਚ ਫਾਰਮੈਟਿੰਗ ਭਾਗ 2, 6 ਨੰਬਰ ਚੈਪਟਰ ਹੈ ਜੀ ਮਲਟੀਮੀਡੀਆ ਨਾਲ ਜਾਣ ਪਛਾਣ, 7 ਨੰਬਰ ਚੈਪਟਰ ਹੈ ਵਿਦਿਆਰਥੀਓ MS DOS ਤੇ ਲਾਸਟ ਵਿੱਚ 8 ਨੰਬਰ ਹੈ ਜੀ DOS ਕਮਾਂਡਸ। ਸਾਰੇ ਹੀ ਚੈਪਟਰ ਹੀ ਬੜੇ ਵੈਲਿਊਏਬਲ ਹਨ। ਇਹਨਾਂ ਦੀ ਬਹੁਤ ਹੀ ਮਹੱਤਤਾ ਹੈ। ਇੱਕ ਇੱਕ ਕਰਕੇ ਅਸੀਂ ਬੜੇ ਹੀ ਧਿਆਨਪੂਰਵਕ ਇਹਨਾਂ ਸਾਰਿਆਂ ਨੂੰ ਪੜ੍ਹਨਾ ਹੈ। ਪਾਠ ਨੰਬਰ 1 ਟਾਈਪਿੰਗ ਟਿਊਟਰ। ਟਾਈਪਿੰਗ ਟਿਊਟਰ ਇੱਕ ਬਹੁਤ ਹੀ ਮਹੱਤਵਪੂਰਨ ਚੈਪਟਰ ਹੈ। ਇਸ ਦੇ ਵਿੱਚ ਹੈ ਜੀ ਇਸ ਪਾਠ ਦੇ ਉਦੇਸ਼ ਟਾਈਪਿੰਗ, ਟੱਚ ਟਾਈਪਿੰਗ, ਕੀਬੋਰਡ ਉੱਤੇ ਉਂਗਲਾਂ ਦੀ ਅਸੀਂ ਸਥਿਤੀ ਕਿੱਦਾਂ ਰੱਖਣੀ ਹੈ। ਉਹ ਹਨ ਸਾਡੇ ਕੋਲ 4 ਲਾਈਨ, ਹੋਮ ਲਾਈਨ, ਦੂਜੀ ਲਾਈਨ, ਤੀਜੀ ਲਾਈਨ ਤੇ ਚੌਥੀ ਲਾਈਨ। 1.3 ਤੇ ਹੈ ਜੀ ਨੂਮੈਰਿਕ ਕੀਪੈਡ। ਉਸ ਤੋਂ ਅੱਗੇ ਹੈ ਕੀਬੋਰਡ ਦੀਆਂ ਮਹੱਤਵਪੂਰਨ ਕੀਜ਼। ਨੋ ਲਿਪੀ ਫੌਂਟ ਰਾਹੀਂ ਪੰਜਾਬੀ ਵਿੱਚ ਟਾਈਪਿੰਗ ਵੀ ਕਰ ਸਕਦੇ ਹੋ। ਉਹ ਵੀ ਇਸ ਦੇ ਉਦੇਸ਼ ਵਿੱਚ ਹੈ ਟਾਈਪਿੰਗ ਸਪੀਡ ਵਧਾਉਣ ਦੀਆਂ ਹਦਾਇਤਾਂ, ਬੈਠਣ ਦਾ ਤਰੀਕਾ। ਅਗਰ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਉਸ ਉਪਰੰਤ ਜੇ ਥਕਾਵਟ ਹੁੰਦੀ ਹੈ ਤਾਂ ਉਸ ਨੂੰ ਅਸੀਂ ਤਣਾਅ ਨੂੰ ਕਿਸ ਤਰ੍ਹਾਂ ਦੂਰ ਕਰਨਾ ਹੈ, ਉਹ ਵੀ ਇਸ ਚੈਪਟਰ ਦੇ ਲਾਸਟ ਵਿੱਚ ਬੜੇ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਹੈ ਵਿਦਿਆਰਥੀਓ ਜਾਣ ਪਛਾਣ। ਇਸ ਚੈਪਟਰ ਦਾ ਉਦੇਸ਼ ਹੈ ਜੀ ਅਸੀਂ ਟਾਈਪਿੰਗ ਕਰਨ ਦੀ ਮਹਾਰਤ ਹਾਸਲ ਕਰਨਾ। ਟੱਚ ਟਾਈਪਿੰਗ ਦੇ ਵਿੱਚ ਕੀਬੋਰਡ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਪਾਸਾ ਖੱਬਾ ਹੱਥ ਤੇ ਦੂਸਰਾ ਸੱਜਾ ਹੱਥ। ਖੱਬੇ ਹੱਥ ਦੀਆਂ ਉਂਗਲੀਆਂ ਨੂੰ ਅਸੀਂ ਖੱਬੇ ਸਾਈਡ ਦੇ ਕੀਬੋਰਡ 'ਤੇ ਰੱਖਣਾ ਹੈ ਤੇ ਸੱਜੇ ਹੱਥ ਦੀਆਂ ਉਂਗਲਾਂ ਨੂੰ ਅਸੀਂ ਸੱਜੇ ਪਾਸੇ ਦੇ ਕੀਬੋਰਡ ਨੂੰ ਵਰਤਣਾ ਹੈ। ਇਸ ਤਰੀਕੇ ਨਾਲ ਅਸੀਂ ਕੀਬੋਰਡ ਨੂੰ ਬੜੇ ਹੀ ਈਜ਼ੀਲੀ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਅਤੇ ਆਪਣੀ ਮਹਾਰਤਾਂ ਦੀ ਜਿਹੜੀ ਹੈਗੀ ਹੈ ਟੈਕਨੀਕ ਉਸ ਨੂੰ ਫੋਲੋ ਕਰ ਸਕਦੇ ਹਾਂ ਅਤੇ ਮਹਾਰਤ ਹਾਸਲ ਕਰ ਸਕਦੇ ਹਾਂ। ਅੱਗੇ ਹੈ ਵਿਦਿਆਰਥੀਓ ਕੀਬੋਰਡ 'ਤੇ ਉਂਗਲਾਂ ਦੀ ਸਥਿਤੀ ਰੱਖਣੀ। ਕੀਬੋਰਡ ਦੀਆਂ ਅੱਗੇ ਜਿਹੜੀਆਂ ਹੈਗੀਆਂ ਰੋਜ਼ ਉਹਨਾਂ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ। ਅਸੀਂ ਆਪਣੇ ਜਿਹੜੇ ਹੱਥ ਹੈ ਸੱਜਾ ਅਤੇ ਖੱਬਾ ਹਮੇਸ਼ਾ ਹੀ ਹੋਮ ਲਾਈਨਸ ਦੇ ਵਿੱਚ ਰੱਖਣੇ ਆ। ਹੋਮ ਲਾਈਨ ਦੀ ਜਿਹੜੀ ਸਾਡੀ ਕੀਜ਼ ਹੈ A ਤੋਂ ਸ਼ੁਰੂ ਹੁੰਦੀ ਹੈ। ਅਸੀਂ ਆਪਣੀਆਂ ਹੋਮ ਲਾਈਨਸ ਦੇ ਉੱਤੇ ਹੀ ਉਂਗਲੀਆਂ ਨੂੰ ਦੋਨਾਂ ਹੱਥ ਦੀਆਂ ਸੱਜੇ ਅਤੇ ਖੱਬੇ ਦੀਆਂ ਨੂੰ ਹਮੇਸ਼ਾ ਉੱਤੇ ਹੀ ਲੋਕੇਟ ਕਰਕੇ ਰੱਖਣਾ ਹੈ। ਜਿਵੇਂ ਤੁਹਾਨੂੰ ਪਿਕਚਰ ਵਿੱਚ ਦਿਖਾਇਆ ਹੀ ਗਿਆ ਹੈ, ਰੈਡ ਲਾਈਨ ਦਾ ਡਰਾ ਕਰਕੇ ਹੋਮ ਰੋ ਹੈ, ਤੁਹਾਡਾ ਖੱਬਾ ਹੱਥ ਦਿਖਾਇਆ ਗਿਆ ਹੈ ਤੇ ਨਾਲ ਹੀ ਸੱਜਾ ਹੱਥ ਦਿਖਾਇਆ ਗਿਆ। ਇਸ ਤਰ੍ਹਾਂ ਇਸ ਸਲਾਈਡ ਵਿੱਚ ਦਿਖਾਇਆ ਗਿਆ ਹੋਮ ਰੋ ਦੇ ਵਿੱਚ ਤੁਸੀਂ ਹੇਠ ਲਿਖੇ ਤਰੀਕੇ ਦੇ ਨਾਲ ਆਪਣੇ ਖੱਬਾ ਹੱਥ ਤੇ ਸੱਜਾ ਹੱਥ ਰੱਖਣਾ ਹੈ। ਖੱਬੇ ਹੱਥ ਵਿੱਚ ASDF ਦੀਆਂ ਕੀਜ਼ ਯੂਜ਼ ਹੋਣੀਆਂ ਤੇ ਸੱਜੇ ਹੱਥ ਦੇ ਵਿੱਚ ਹੈ ਜੀ ਸੈਮੀਕੋਲਨ NJ ਤੇ ਨਾਲ ਮਿਡਲ ਫਿੰਗਰ K ਤੇ ਆਊਗੀ ਤੁਹਾਡੀ ਜੀ। ਇਹਨਾਂ ਨੂੰ ਬੜੇ ਬਰੀਕੀ ਨਾਲ ਅਸੀਂ ਫੋਲੋ ਕਰਨਾ ਹੈ ਤੇ ਅਸੀਂ ਈਜ਼ੀਲੀ ਟਾਈਪਿੰਗ ਦੀ ਮਹਾਰਤ ਹਾਸਲ ਕਰ ਲੈਣੀ ਹੈ। ਇਸ ਤਰ੍ਹਾਂ ਹੈ ਵਿਦਿਆਰਥੀਓ, ਸਭ ਤੋਂ ਪਹਿਲਾਂ ਸਾਡਾ ਜਿਹੜਾ ਹੈ ਖੱਬਾ ਹੱਥ ਦੀ ਚੌਥੀ ਉਂਗਲ, ਜਿਸ ਨੂੰ ਅਸੀਂ ਲਿਟਲ ਫਿੰਗਰ ਕਹਿੰਦੇ ਹਾਂ, A ਤੇ ਰੱਖਣੀ ਹੈ। ਉਸ ਦੇ ਨਾਲ ਦੀ ਜਿਹੜੀ ਹੈ ਰਿੰਗ ਫਿੰਗਰ ਉਹ S ਤੇ ਰੱਖਣੀ ਹੈ। ਮਿਡਲ ਫਿੰਗਰ ਰੱਖਣੀ ਹੈ ਅਸੀਂ D ਕੀ ਤੇ ਇੰਡੈਕਸ ਫਿੰਗਰ F ਤੇ G ਤੇ। ਇਸੇ ਤਰ੍ਹਾਂ ਸੱਜੇ ਹੱਥ ਦੀ ਜਿਹੜੀ ਤੁਹਾਡੀ ਲਿਟਲ ਫਿੰਗਰ ਹੈ ਸੈਮੀਕੋਲਨ ਉਸ ਨਾਲ ਯੂਜ਼ ਕਰਨਾ ਹੈ, ਰਿੰਗ ਫਿੰਗਰ ਦੇ ਨਾਲ L, ਮਿਡਲ ਫਿੰਗਰ ਦੇ ਨਾਲ K, ਇੰਡੈਕਸ ਫਿੰਗਰ ਦੇ ਨਾਲ J ਤੇ H। ਇੰਡੈਕਸ ਫਿੰਗਰ ਤੁਹਾਡੀ ਲੈਫਟ ਤੇ ਰਾਈਟ ਦੀਆਂ ਦੋਨਾਂ 2 ਕੀਜ਼ ਨੂੰ ਯੂਜ਼ ਕਰੋਗੇ, ਲੈਫਟ ਵਾਲੀ F ਤੇ G ਨੂੰ ਤੇ ਰਾਈਟ ਵਾਲੀ ਇੰਡੈਕਸ ਫਿੰਗਰ J ਤੇ H। ਇਸੇ ਤਰ੍ਹਾਂ ਅਸੀਂ ਦੂਸਰੀ ਰੋ ਵਿੱਚ ਵੀ ਉਂਗਲਾਂ ਦੀ ਪੋਜੀਸ਼ਨ ਰੱਖਣੀ ਹੈ। ਉਹ ਹੈ ਸਾਡੀ ਖੱਬੇ ਹੱਥ ਦੀ ਜਿਹੜੀ ਲਿਟਲ ਫਿੰਗਰ ਹੈ ਉਹ Q ਤੇ
ਉਸ ਦੇ ਨਾਲ ਦੀ ਰਿੰਗ ਫਿੰਗਰ W ਤੇ, ਮਿਡਲ ਫਿੰਗਰ E ਤੇ, ਇੰਡੈਕਸ ਫਿੰਗਰ ਤੁਹਾਡੀ R ਤੇ T ਤੇ। ਇਸੇ ਤਰ੍ਹਾਂ ਸੱਜੇ ਪਾਸੇ ਤੁਹਾਡੀ ਲਿਟਲ ਫਿੰਗਰ ਹੈ ਸੱਜੇ ਹੱਥ ਦੀ P ਤੇ, ਰਿੰਗ ਫਿੰਗਰ O ਤੇ, ਮਿਡਲ ਫਿੰਗਰ I ਤੇ, ਇੰਡੈਕਸ ਫਿੰਗਰ U ਤੇ Y ਨੂੰ ਯੂਜ਼ ਕਰੋਗੇ। ਜਦੋਂ ਤੁਸੀਂ ਇਸ ਤੋਂ ਦੂਜੀ ਰੋ ਨੂੰ ਯੂਜ਼ ਕਰ ਲੈਣਾ, ਉਸ ਤੋਂ ਬਾਅਦ ਯੂਜ਼ ਕਰਨ ਤੋਂ ਬਾਅਦ ਤੁਹਾਡੀ ਜਿਹੜੀ ਫਿੰਗਰਾਂ ਦੀ ਪੋਜੀਸ਼ਨ ਹੈ ਹੋਮ ਲਾਈਨ ਤੇ ਆ ਜਾਣੀ ਚਾਹੀਦੀ ਹੈ। ਹੋਮ ਲਾਈਨ ਜਿੱਦਾਂ ਤੁਸੀਂ ਸਾਰੇ ਘਰ ਦੇ ਕੰਮ ਕਰਕੇ ਘਰ ਨੂੰ ਸ਼ਾਮ ਨੂੰ ਆ ਜਾਂਦੇ ਆ ਸਕੂਲੋਂ ਪੜ੍ਹ ਕੇ, ਇਸੇ ਤਰ੍ਹਾਂ ਤੁਸੀਂ ਸੈਕੰਡ ਲਾਈਨ ਥਰਡ ਲਾਈਨ ਯੂਜ਼ ਕਰਨ ਤੋਂ ਬਾਅਦ ਆਪਣੀ ਜਿਹੜੀ ਰੋ ਦੀ ਪੋਜੀਸ਼ਨ ਹੋਮ ਤੇ ਹੀ ਰੱਖਣੀ ਹੈ। ਇਸੇ ਤਰ੍ਹਾਂ ਤੀਜੀ ਰੋ ਦੇ ਵਿੱਚ ਤੁਹਾਡੀ Z ਜਿਹੜੀ ਹੈ ਉਹ ਕੀ ਸ਼ੁਰੂ ਕਰੂਗੀ, ਖੱਬੇ ਹੱਥ ਦੀ ਲਿਟਲ ਫਿੰਗਰ, ਉਸ ਦੇ ਨਾਲ ਰਿੰਗ ਫਿੰਗਰ X, ਮਿਡਲ ਫਿੰਗਰ C, ਇੰਡੈਕਸ ਫਿੰਗਰ B ਤੇ B। ਇਸੇ ਤਰ੍ਹਾਂ ਸੱਜੇ ਹੱਥ ਦੀ ਸਲੈਸ਼ ਤੁਹਾਡੀ ਰਿੰਗ ਫਿੰਗਰ ਕਰੂਗੀ ਯੂਜ਼ ਡਾਟ, ਉਸ ਦੇ ਨਾਲ ਦੀ ਕਰੂਗੀ ਕੋਮਾ, ਇੰਡੈਕਸ ਫਿੰਗਰ ਕਰੂਗੀ ਯੂਜ਼ M ਤੇ N ਕੀਜ਼ ਨੂੰ ਕਵਰ ਕਰੂਗੀ। ਇਹਨਾਂ ਨੂੰ ਅਸੀਂ ਫੋਲੋ ਕਰਾਂਗੇ ਤਾਂ ਬਹੁਤ ਈਜ਼ੀ ਤਰੀਕੇ ਨਾਲ ਟਾਈਪਿੰਗ ਕਰਨ ਦੀ ਮਹਾਰਤ ਹਾਸਲ ਕਰ ਲਵਾਂਗੇ। ਇਹੀ ਸਾਡੇ ਟਾਈਪਿੰਗ ਟਿਊਟਰ ਦਾ ਉਦੇਸ਼ ਹੈ, ਇਸੇ ਹੀ ਸਾਡੇ ਚੈਪਟਰ ਦਾ ਜਿਹੜਾ ਮੁੱਖ ਉਦੇਸ਼ ਹੈ। ਵਿਦਿਆਰਥੀਓ ਬੜੇ ਧਿਆਨ ਨਾਲ ਫੋਲੋ ਕਰਨਾ। ਚੌਥੀ ਕੀਜ਼ ਹੈਗੀ ਤੁਹਾਡੀ ਜਿਹੜੀ ਹੈ ਨੰਬਰਾਂ ਨੂੰ ਯੂਜ਼ ਕਰਨਾ। ਇਸੇ ਤਰ੍ਹਾਂ ਦੋਨੋਂ ਹੈਂਡ ਨੂੰ ਤੁਸੀਂ ਯੂਜ਼ ਕਰਨਾ। ਪਹਿਲਾਂ ਖੱਬੇ ਹੱਥ ਤੋਂ ਤੁਹਾਡੀ ਜਿਹੜੀ ਹੈਗੀ ਛੋਟੀ ਉਂਗਲ 1 ਨੰਬਰ ਤੇ, ਰਿੰਗ ਫਿੰਗਰ 2 ਤੇ, ਮਿਡਲ ਫਿੰਗਰ 3 ਤੇ ਜਿਹੜੀ ਤੁਹਾਡੀ ਇੰਡੈਕਸ ਫਿੰਗਰ 4 ਤੇ 5 ਕੀਜ਼ ਨੂੰ ਰੋਟੇਟ ਕਰੇਗੀ। ਇਸੇ ਤਰ੍ਹਾਂ ਸੱਜੇ ਹੱਥ ਤੇ ਤੁਹਾਡੀ ਜਿਹੜੀ ਹੈਗੀ ਹੈ ਰਿੰਗ ਫਿੰਗਰ 0, ਮਿਡਲ ਰਿੰਗ ਫਿੰਗਰ ਲਿਟਲ ਫਿੰਗਰ 0, ਰਿੰਗ ਫਿੰਗਰ 9, ਮਿਡਲ ਫਿੰਗਰ 8 ਤੇ ਇੰਡੈਕਸ ਫਿੰਗਰ 6 ਤੇ 7 ਕੀਜ਼ ਨੂੰ ਯੂਜ਼ ਕਰੋਗੀ। ਇਸ ਦੇ ਨਾਲ ਤੁਸੀਂ ਈਜ਼ੀਲੀ ਨੰਬਰ ਐਂਟਰੀ ਜਦੋਂ ਫੀਡ ਕਰਨੀ ਹੈ, ਇਸ ਤਰ੍ਹਾਂ ਫਿੰਗਰ ਨੂੰ ਤੁਸੀਂ ਆਪਣਿਆਂ ਨੂੰ ਸੱਜੇ ਤੇ ਖੱਬੇ ਹੱਥੀਆਂ ਨੂੰ ਯੂਜ਼ ਕਰਨਾ ਹੈ। ਜਦੋਂ ਅਸੀਂ ਜ਼ਿਆਦਾ ਨਿਊਮੈਰਿਕ ਡਾਟਾ ਫੀਡ ਕਰਨਾ ਹੁੰਦਾ ਹੈ ਤੇ ਅਸੀਂ ਨੰਬਰ ਕੀਪੈਡ ਦੀ ਯੂਜ਼ ਕਰਦੇ ਹਾਂ। ਇਹ ਸਾਡੀ ਕੀਬੋਰਡ ਦੇ ਸੱਜੇ ਪਾਸੇ ਹੁੰਦਾ। ਇਸੇ ਤਰ੍ਹਾਂ ਅਸੀਂ ਸੱਜੇ ਹੱਥ ਦਾ ਜਿਹੜਾ ਅੰਗੂਠਾ 0 ਉਸ ਨਾਲ ਯੂਜ਼ ਕਰਾਂਗੇ। ਪਹਿਲੀ ਉਂਗਲ ਨਾਲ 4, ਸੱਜੇ ਹੱਥ ਦੀ ਦੂਸਰੀ ਉਂਗਲ ਨਾਲ 5, ਸੱਜੇ ਹੱਥ ਦੀ ਤੀਸਰੀ ਉਂਗਲ ਨਾਲ 6 ਯੂਜ਼ ਕਰਾਂਗੇ। ਇਸ ਤਰ੍ਹਾਂ ਅਸੀਂ ਜਦੋਂ ਈਜ਼ੀਲੀ ਨਿਊਮੈਰਿਕ ਐਂਟਰੀ ਦੀ ਸਪੀਡ ਨੂੰ ਵਧਾ ਸਕਦੇ ਹਾਂ। ਇਹ ਸਿਰਫ ਸੱਜੇ ਹੱਥ ਦੇ ਨਾਲ ਹੀ ਯੂਜ਼ ਵਿੱਚ ਆਉਣਾ ਹੈ। ਨਿਊਮੈਰਿਕ ਕੀਪੈਡ ਦਾ ਨੰਬਰਸ ਲੌਕ ਤੁਹਾਡਾ ਔਨ ਹੋਣਾ ਚਾਹੀਦਾ, ਤਾਂ ਹੀ ਨੰਬਰਸ ਤੁਸੀਂ ਕੀਬੋਰਡ ਤੋਂ ਫੀਡ ਕਰ ਸਕਦੇ ਹੋ। ਇਹ ਧਿਆਨ ਰੱਖਣ ਵਾਲੀ ਗੱਲ ਹੈ। ਪਿਆਰੇ ਵਿਦਿਆਰਥੀਓ, ਹੁਣ ਹੈ ਜੀ ਸਾਡੇ ਕੋਲ ਕੀਬੋਰਡ ਦੀਆਂ ਖਾਸ ਕੀ। ਨੰਬਰ 1 ਤੇ ਸਪੇਸ ਬਾਰ। ਜਦੋਂ ਅਸੀਂ ਦੋ ਸ਼ਬਦਾਂ ਵਿੱਚ ਜਗ੍ਹਾ ਛੱਡਣੀ ਹੋਵੇ ਤਾਂ ਸਪੇਸ ਕੀ ਦੀ ਵਰਤੋਂ ਹੁੰਦੀ ਹੈ। ਐਂਟਰ ਕੀ ਦੀ ਵਰਤੋਂ ਹੁੰਦੀ ਹੈ ਦੂਸਰੀ ਲਾਈਨ ਵਿੱਚ ਆਉਣ ਲਈ। ਬੈਕ ਸਪੇਸ ਦੀ ਵਰਤੋਂ ਹੁੰਦੀ ਹੈ ਕਰਸਰ ਤੋਂ ਖੱਬੇ ਹੱਥ ਦੇ ਅੱਖਰਾਂ ਨੂੰ ਡਿਲੀਟ ਕਰਨ ਦੇ ਲਈ। ਸ਼ਿਫਟ ਕੀ ਦੋ ਹੁੰਦੀਆਂ ਨੇ, ਇੱਕ ਸੱਜੇ ਪਾਸੇ ਤੇ ਇੱਕ ਖੱਬੇ ਪਾਸੇ। ਇਹ ਲੈਟਰਸ ਨੂੰ ਛੋਟੇ ਜਾਂ ਵੱਡੇ ਕੇਸ ਲਈ ਵਰਤਿਆ ਜਾਂਦਾ ਹੈ। ਕੈਪਸ ਲੌਕ ਹੈ ਜਦੋਂ ਅਸੀਂ ਸਾਰੇ ਦੇ ਸਾਰੇ ਅੱਖਰ ਕੈਪੀਟਲ ਲੈਟਰ ਵਿੱਚ ਲਿਖਣੇ ਹੋਣੇ ਚਾਹੀਦੇ, ਉਦੋਂ ਸਾਡਾ ਕੈਪਸ ਲੌਕ ਹੈ ਜਿਹੜਾ ਔਨ ਦੀ ਪੋਜੀਸ਼ਨ ਵਿੱਚ ਹੋਣਾ ਚਾਹੀਦਾ ਹੈ। ਇਹਨਾਂ ਸਾਰੀਆਂ ਕੀਜ਼ ਨੂੰ ਵੀ ਅੱਛੀ ਤਰ੍ਹਾਂ ਸਮਝਣਾ ਹੈ। ਸਾਰੀਆਂ ਹੀ ਬਹੁਤ ਹੀ ਮਹੱਤਵਪੂਰਨ ਕੀਜ਼ ਹੁੰਦੀਆਂ ਹਨ। ਪਿਆਰੇ ਵਿਦਿਆਰਥੀਓ, ਅੱਗੇ ਹੈ ਸਾਡੇ ਕੋਲ ਅਨਮੋਲ ਲਿਪੀ ਰਾਹੀਂ ਵੀ ਅਸੀਂ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਉਂਗਲਾਂ ਦੀ ਪੋਜੀਸ਼ਨ ਇੰਗਲਿਸ਼ ਟਾਈਪਿੰਗ ਦੇ ਸਮੇਂ ਰੱਖਣੀ, ਉਸੇ ਤਰ੍ਹਾਂ ਅਸੀਂ ਪੰਜਾਬੀ ਟਾਈਪਿੰਗ ਦੇ ਵਿੱਚ ਕਰਦੇ ਸਮੇਂ ਰੱਖਣੀ ਹੈ। ਪਰ ਸਾਡੇ ਕੰਪਿਊਟਰ ਵਿੱਚ ਅਨਮੋਲ ਲਿਪੀ ਨਾਮ ਦਾ ਫੌਂਟ ਇੰਸਟਾਲ ਹੋਣਾ ਚਾਹੀਦਾ ਹੈ। ਇਹ ਤੁਹਾਨੂੰ ਅਨਮੋਲ ਲਿਪੀ ਦਾ ਕੀਪੈਡ ਦਿਖਾਇਆ ਗਿਆ। ਇਸ ਦੇ ਵਿੱਚ ਏ ਤੇ ਕਿਹੜੇ ਪੰਜਾਬੀ ਦੇ ਅੱਖਰ ਆਉਂਦੇ ਹਨ ਤੇ ਬਾਕੀ ਵੀ ਕੀ ਦੇ ਉੱਤੇ ਸਾਰਾ ਕੁਝ ਦਿਖਾਇਆ ਗਿਆ ਹੈ। ਤੁਸੀਂ ਈਜ਼ੀਲੀ ਇਹਨਾਂ ਨੂੰ ਫੋਲੋ ਕਰਕੇ ਪੰਜਾਬੀ ਦੀ ਟਾਈਪਿੰਗ ਵੀ ਆਰਾਮ ਨਾਲ ਕਰ ਸਕਦੇ ਹੋ। ਜਦੋਂ ਸਾਡਾ 9ਵੀਂ 10ਵੀਂ ਵਿੱਚ ਕੁਇਜ਼ ਕੰਪੀਟੀਸ਼ਨ ਚੱਲਦੇ ਹਨ, ਉਸ ਦੇ ਵਿੱਚ ਪੰਜਾਬੀ ਦੀ ਟਾਈਪਿੰਗ ਦੇ ਵੀ ਟੈਸਟ ਦੇ ਪੁਆਇੰਟ ਹੁੰਦੇ ਹਨ। 5 ਜਾਂ 10 ਨੰਬਰ ਦਾ ਟਾਈਪਿੰਗ ਪੰਜਾਬੀ ਦਾ ਵੀ ਉਹਦੇ ਵਿੱਚ ਪਾਇਆ ਜਾਂਦਾ ਹੈ। ਟਾਈਪਿੰਗ ਸਪੀਡ ਵਧਾਉਣ ਲਈ ਹਦਾਇਤਾਂ। ਸਾਡੇ ਹੱਥ ਤੇ ਉਂਗਲਾਂ ਦੀ ਜਿਹੜੀ ਸਥਿਤੀ ਹੈ ਹਮੇਸ਼ਾ ਹੋਮ ਰੋ ਤੇ ਹੀ ਹੋਣੀ ਚਾਹੀਦੀ ਹੈ। ਸਾਨੂੰ ਹਮੇਸ਼ਾ ਹੀ ਇਸ ਸਥਿਤੀ ਤੋਂ ਸ਼ੁਰੂ ਕਰਨਾ ਚਾਹੀਦਾ ਤੇ ਵਾਪਸ ਸਾਡੀਆਂ ਉਂਗਲੀਆਂ ਹੋਮ ਰੋ 'ਚ ਹੋਣੀਆਂ ਚਾਹੀਦੀਆਂ। ਸਾਨੂੰ ਰਫਤਾਰ ਨਾਲੋਂ ਆਪਣੇ ਧਿਆਨ ਨਾਲ ਕੰਮ ਕਰਨ ਉੱਤੇ ਧਿਆਨ ਰੱਖਣਾ ਚਾਹੀਦਾ ਹੈ। ਕੀਬੋਰਡ ਉੱਤੇ ਨਹੀਂ ਦੇਖਣਾ ਚਾਹੀਦਾ। ਲਗਾਤਾਰ ਆਰਾਮ ਨਾਲ ਸਹੀ ਟਾਈਪ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਜਿਵੇਂ ਅਸੀਂ ਹਰ ਇੱਕ ਕੀ ਨੂੰ ਦਬਾਉਂਦੇ ਹਾਂ, ਮਨ ਵਿੱਚ ਸਾਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਬੈਠਣ ਦਾ ਤਰੀਕਾ ਹੈ ਵਿਦਿਆਰਥੀਓ, ਸਾਨੂੰ ਬਿਲਕੁਲ ਕੀਬੋਰਡ ਦੇ ਸਾਹਮਣੇ ਬੈਠਣਾ ਚਾਹੀਦਾ ਹੈ। ਪੈਰ ਸਾਡੇ ਜ਼ਮੀਨ 'ਤੇ ਲੱਗੇ ਹੋਣੇ ਚਾਹੀਦੇ ਹਨ। ਸਾਡੀ ਜਿਹੜੀ ਨਿਗਾਹ ਮੋਨੀਟਰ ਅੱਖਾਂ ਦੇ ਬਰਾਬਰ ਤੇ ਸਹੀ ਡਾਇਰੈਕਸ਼ਨ 'ਤੇ ਹੋਣੀ ਚਾਹੀਦੀ ਹੈ। ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੀ ਹੋਣੀ ਚਾਹੀਦੀ ਹੈ। ਸਾਡੀ ਉਂਗਲਾਂ ਗੁਲਾਈ ਵਿੱਚ ਅਤੇ ਹੋਮ ਕੀਜ਼ ਉੱਤੇ ਹੋਣੀਆਂ ਚਾਹੀਦੀਆਂ ਹਨ। ਸਾਨੂੰ ਹਰ ਇੱਕ ਕੀ ਨੂੰ ਜਲਦੀ ਨਾਲ ਦਬਾ ਕੇ ਮੁੜ ਹੋਮ ਰੋਜ਼ ਪੋਜੀਸ਼ਨ ਉੱਤੇ ਹੋਣਾ ਚਾਹੀਦਾ ਹੈ।
ਅਸੀਂ ਐਕੂਰੇਸੀ ਤੇ ਧਿਆਨ ਦੇਣਾ ਹੈ, ਨਾ ਕਿ ਸਪੀਡ ਤੇ। ਲਗਾਤਾਰ ਟਾਈਪਿੰਗ ਉਪਰੰਤ ਅਗਰ ਤੁਹਾਨੂੰ ਥਕਾਵਟ ਹੁੰਦੀ ਹੈ, ਤੁਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਹੈ। ਇਹਨਾਂ ਪੁਆਇੰਟਸ ਨੂੰ ਆਪਣੇ ਕੰਪਿਊਟਰ ਦੇ ਸਾਹਮਣੇ ਸਹੀ ਢੰਗ ਨਾਲ ਬੈਠੋ। ਸਾਡੀ ਸਕਰੀਨ ਸਾਡੇ ਤੋਂ 2 ਫੁੱਟ ਦੂਰ ਹੋਣੀ ਚਾਹੀਦੀ ਹੈ। ਜੇਕਰ ਕੁਰਸੀ ਤੇ ਬੈਠੇ ਹੋ ਤਾਂ ਸਾਡੀਆਂ ਲੱਤਾਂ ਦੀ ਜਿਹੜੀ ਪੋਜੀਸ਼ਨ 90 ਡਿਗਰੀ ਹੋਣੀ ਚਾਹੀਦੀ ਹੈ। ਆਪਣੇ ਕੀਬੋਰਡ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਬਿਲਕੁਲ ਸਿੱਧਾ ਅਤੇ ਪਿੱਛੋਂ ਹਲਕਾ ਜਿਹਾ ਉੱਠਿਆ ਹੋਵੇ। ਟਾਈਪਿੰਗ ਕਰਦੇ ਸਮੇਂ ਆਪਣੇ ਗੁੱਟਾਂ ਨੂੰ ਸਿੱਧੇ ਰੱਖੋ, ਕੂਣੀਆਂ ਨੂੰ ਵੀ 90 ਡਿਗਰੀ ਐਂਗਲ ਤੇ ਰੱਖੋ। ਜਦੋਂ ਅਸੀਂ ਟਾਈਪਿੰਗ ਨਹੀਂ ਕਰ ਰਹੇ ਤਾਂ ਸਾਨੂੰ ਆਪਣੇ ਗੁੱਟਾਂ ਨੂੰ ਆਰਾਮ ਦੇਣਾ ਚਾਹੀਦਾ ਹੈ। ਟਾਈਪਿੰਗ ਦੌਰਾਨ ਇੱਕ ਵੱਡੇ ਅੰਤਰਾਲ ਦੀ ਜਗ੍ਹਾ ਥੋੜ੍ਹੇ ਸਮੇਂ ਦੀ ਪ੍ਰੈਕਟਿਸ ਕਰੋ। ਕੰਮ ਕਰਨ ਤੋਂ ਪਹਿਲਾਂ ਅੰਤਰਾਲ ਦੌਰਾਨ ਆਪਣੀਆਂ ਬਾਹਾਂ ਨੂੰ ਖਿੱਚੋ। ਰੋਜ਼ਾਨਾ ਕਸਰਤ ਕਰੋ। ਇਸ ਨਾਲ ਸਾਡਾ ਸਰੀਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਣਾਅ ਤੋਂ ਬਚਣ ਵਿੱਚ ਮਦਦ ਕਰਦਾ ਹੈ। ਵਿਦਿਆਰਥੀਓ, ਇਹਨਾਂ ਸਾਰਿਆਂ ਪੁਆਇੰਟਸ ਨੂੰ ਜਿੰਨੇ 8 ਦਿੱਤੇ, ਇਹਨਾਂ ਸਾਰਿਆਂ ਨੂੰ ਫੋਲੋ ਕਰਨਾ ਹੈ ਤੇ ਤੁਸੀਂ ਕੰਫਰਟੇਬਲੀ ਟਾਈਪਿੰਗ ਟਿਊਟਰ ਦੇ ਵਿੱਚ ਮਹਾਰਤ ਹਾਸਲ ਕਰ ਸਕਦੇ ਹੋ। ਯਾਦ ਰੱਖਣ ਯੋਗ ਗੱਲਾਂ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਬਿਨਾਂ ਕੀਬੋਰਡ ਨੂੰ ਦੇਖੇ ਵਧੀਆ ਰਫ਼ਤਾਰ ਨਾਲ ਟਾਈਪਿੰਗ ਕਰ ਸਕਦੇ ਹਾਂ। ਕੀਬੋਰਡ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਇੱਕ ਸੱਜਾ ਤੇ ਇੱਕ ਖੱਬਾ। ਖੱਬੇ ਪਾਸੇ ਦੀਆਂ ਉਂਗਲਾਂ ਕੀਜ਼ ਖੱਬੇ ਹੱਥ ਦੀਆਂ ਉਂਗਲੀਆਂ ਦਬਾਉਣੀਆਂ ਤੇ ਸੱਜੇ ਪਾਸੇ ਕੀਬੋਰਡ ਦੀਆਂ ਉਂਗਲਾਂ ਸੱਜੇ ਹੱਥ ਨਾਲ ਦਬਾਉਣੀਆਂ। ਅੰਕਾਂ ਨੂੰ ਦਾਖਲ ਕਰਨ ਲਈ ਪ੍ਰਭਾਵਸ਼ਾਲੀ ਤੇ ਤੇਜ਼ ਤਰੀਕਾ ਹੈ ਨੂਮੈਰਿਕ ਕੀਬੋਰਡ ਦੀ ਵਰਤੋਂ। 2 ਸ਼ਬਦਾਂ ਵਿੱਚ ਖਾਲੀ ਜਗ੍ਹਾ ਦੇਣ ਲਈ ਸਪੇਸ ਵਰਤਿਆ ਜਾਂਦਾ ਹੈ। ਬੈਕ ਸਪੇਸ ਕਰਸਰ ਤੋਂ ਖੱਬੇ ਪਾਸੇ ਅੱਖਰ ਡਿਲੀਟ ਕਰਨ ਲਈ ਵਰਤੀ ਜਾਂਦੀ ਹੈ। ਅਨਮੋਲ ਫੌਂਟ ਦੀ ਵਰਤੋਂ ਨਾਲ ਅਸੀਂ ਪੰਜਾਬੀ ਟਾਈਪਿੰਗ ਕਰ ਸਕਦੇ ਹਾਂ। ਸਾਡੇ ਹੱਥ ਉਂਗਲੀ ਦੀ ਸਥਿਤੀ ਹਮੇਸ਼ਾ ਹੋਮ ਰੋ 'ਤੇ ਹੋਣੀ ਚਾਹੀਦੀ ਹੈ। ਐਂਟਰ ਕੀ ਜਿਹੜੀ ਹੈਗੀ ਅਗਲੀ ਲਾਈਨ ਲਈ ਵਰਤੀ ਜਾਂਦੀ ਹੈ। ਸਾਨੂੰ ਰਫ਼ਤਾਰ ਨਾਲੋਂ ਧਿਆਨ ਨਾਲ ਟਾਈਪਿੰਗ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਲੈਟ ਦਾ ਸਪੀਡ ਕਮ ਥਰੂ ਦਾ ਐਕੂਰੇਸੀ। ਤਾਂ ਹੀ ਅਸੀਂ ਇੱਕ ਬਗੈਰ ਗਲਤੀਆਂ ਕਰਦੇ ਹੋਏ ਵਧੀਆ ਟਾਈਪਿੰਗ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਤੁਸੀਂ ਮੇਰੀ ਵੀਡੀਓ ਨੂੰ ਵਾਰ-ਵਾਰ ਰਿਵਾਈਂਡ ਕਰਕੇ ਵੀ ਦੇਖ ਸਕਦੇ ਹੋ। ਕੰਪਿਊਟਰ ਵਿਸ਼ੇ ਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਾਪੀ ਲਗਾਉਣੀ ਹੈ, ਉਸ 'ਤੇ ਤੁਸੀਂ ਆਪਣੇ ਇਹ ਜਿਹੜੇ ਮੇਰੇ ਲੈਕਚਰ ਆ ਉਹਨਾਂ ਨੂੰ ਸਮਝਣਾ ਹੈ ਤੇ ਨੋਟ ਕਰਦੇ ਜਾਣਾ ਹੈ। ਪਿਆਰੇ ਵਿਦਿਆਰਥੀਓ, ਘਰ ਬੈਠ ਕੇ ਪੜ੍ਹਾਈ ਕਰਨੀ ਹੈ ਤੇ ਸਮਾਂ ਬਰਬਾਦ ਨਹੀਂ ਕਰਨਾ। ਸੋ that's all for the today's session. ਪਿਆਰੇ ਵਿਦਿਆਰਥੀਓ, you will gradually learn more and more while watching my videos again and again. Thank you so much. We'll meet in next session. Till then, stay home, stay safe. Bye bye.